ਹੁਣ ਇਹ ਤੀਜਾ ਕੈਨੇਡੀਅਨ ਹੋ ਗਿਆ ਪਿਛਲੇ ਕੁਝ ਮਹੀਨਿਆਂ 'ਚ ਜਿਸ ਨੂੰ ਕਿ ਡੈਥ ਪੈਨਲਟੀ ਦਿੱਤੀ ਗਈ ਹੈ। ਪਰ ਟਾਈਮਿੰਗ ਵੇਖੋ, ਹੁਣ 2 ਹਫ਼ਤੇ ਦੂਰ ਹੈ ਜਿਹੜੀ ਮੈਂਗਬੰਗ ਜੋ ਦੇ ਵਾਵੇ ਵਾਲੇ ਮਾਮਲੇ ਦੇ ਵਿੱਚ ਐਕਸਟ੍ਰਾਡੀਸ਼ਨ ਦੀ ਅਗਲੀ ਟਰਾਇਲ ਹੋਣੀ ਆ। ਅਗਲੀ ਪੇਸ਼ੀ 2 ਹਫ਼ਤੇ ਦੂਰ ਆ ਅਤੇ ਉਸ ਤੋਂ ਪਹਿਲਾਂ ਚਾਈਨਾ ਦੇ ਪ੍ਰੈਸ਼ਰ ਟੈਕਟਿਕ ਸ਼ੁਰੂ ਹੋ ਗਏ। ਉੱਧਰ ਦੂਜੇ ਪਾਸਿਓਂ ਚਾਈਨਾ 'ਤੇ ਜਵਾਬੀ ਹਮਲਾ ਕਰਨ ਵਾਲੇ ਸੀਸੀਜ਼ ਵੱਲੋਂ ਵੀ ਇੱਕ ਜਿਹੜੀ ਕੈਨੇਡਾ ਦੀ ਖੂਫੀਆ ਏਜੰਸੀ ਆ ਉਹਨਾਂ ਨੇ ਵੀ ਇੱਕ ਵਾਰਨਿੰਗ ਜਾਰੀ ਕੀਤੀ। ਐਗਜ਼ੈਕਟਲੀ। ਸੋ ਵਿਜੇ 17 ਅਗਸਤ ਨੂੰ ਮੰਗਵਾਨ ਜੋ ਦੀ ਅਗਲੀ ਹੀਅਰਿੰਗ ਹੋਣੀ ਆ BC ਸੁਪਰੀਮ ਕੋਰਟ ਦੇ ਵਿੱਚ। 2 ਹਫ਼ਤੇ ਵੀ ਨਹੀਂ ਰਹਿ ਗਏ, 11 ਦਿਨ ਰਹਿ ਗਏ। ਅਤੇ ਹੁਣ ਤੀਸਰੇ ਕੈਨੇਡੀਅਨ ਨੂੰ ਚਾਈਨਾ ਨੇ ਡੈਥ ਪੈਨਲਟੀ ਸੁਣਾ ਦਿੱਤੀ ਆ। ਇਹ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਤੀਜਾ ਕੈਨੇਡੀਅਨ ਆ ਅਤੇ ਇਹਨਾਂ 'ਤੇ ਵੀ ਡਰੱਗ ਟਰੈਫਿਕਿੰਗ ਦਾ ਹੀ ਦੋਸ਼ ਲੱਗਿਆ। ਸੋ ਯੂ ਵਿਹੋਂਗ ਇਹਨਾਂ ਦਾ ਨਾਮ ਹੈ ਅਤੇ ਇਹਨਾਂ ਦੇ ਕਹਿੰਦੇ ਵੀ ਕਿ ਇਹਨਾਂ ਨੇ ਅਕਤੂਬਰ 2016 ਦੇ ਵਿੱਚ ਜਿਹੜਾ ਡਰੱਗਸ ਬਣਾਉਣ ਦਾ ਰॉ ਮਟੀਰੀਅਲ ਹੁੰਦਾ ਅਤੇ ਜਿਹੜੇ ਸੰਦ ਹੁੰਦੇ ਆ, ਇਕੁਇਪਮੈਂਟ ਹੁੰਦਾ ਬਣਾਉਣ ਵਾਸਤੇ, ਉਹ ਇਹਨਾਂ ਨੇ ਪਰਚੇਜ਼ ਕੀਤੇ। ਹੀ ਬੌਟ ਦੈਮ ਅਕਤੂਬਰ 2016 ਦੇ ਵਿੱਚ ਜੀ। ਅਤੇ ਨਾਲ ਹੀ ਇਹਨਾਂ ਨੇ ਗੋਂਗਜ਼ੋ ਦੇ ਵਿੱਚ ਆਪਣੇ ਘਰ ਦੇ ਵਿੱਚ ਕੀਟਾਮੀਨ ਇੱਕ ਹੈਗਾ ਡਰੱਗ ਸੌਰਟ ਆਫ ਜਿਹੜਾ ਕਿ ਡਰੱਗਸ ਬਣਾਉਣ ਲਈ ਯੂਜ਼ ਹੁੰਦਾ, ਉਹ ਇਹਨਾਂ ਨੇ ਉੱਥੇ ਬਣਾਇਆ ਅਤੇ ਆਪਣੀ ਜਗ੍ਹਾ 'ਤੇ ਸਟੋਰ ਕੀਤਾ। 120 ਕਿਲੋ ਅਤੇ ਉਹ ਜਿਹੜਾ ਮੈਨੂਫੈਕਚਰ ਕੀਤਾ ਕਿਸੇ ਹੋਰ ਦੇ ਨਾਮ ਅਧੀਨ ਕੀਤਾ। ਸੋ ਮੇ ਬੀ ਲਾਇਸੈਂਸ ਦੀ ਲੋੜ ਹੁੰਦੀ ਹੋਏਗੀ ਕਿਸੇ ਹੋਰ ਦੇ ਲਾਇਸੈਂਸ ਹੇਠ ਇਹਨਾਂ ਨੇ ਜਿਹੜਾ ਵੈਸੇ ਜਿਹੜਾ ਕੀਟਾਮੀਨ ਹੈ ਨਾ, ਅਦਰਵਾਈਜ਼ ਇਹਨੂੰ ਯੂਜ਼ ਕੀਤਾ ਜਾਂਦਾ ਹੈ ਜਦੋਂ ਐਨਸਥੀਸੀਆ ਨਹੀਂ ਦਿੱਤਾ ਜਾਂਦਾ, ਬੇਹੋਸ਼ ਜਾਂ ਸੁੰਨ ਕੀਤੀ ਜਾਂਦੀ ਜਗ੍ਹਾ ਜਦੋਂ ਸਰਜਰੀਜ਼ ਵਗੈਰਾ ਵਾਸਤੇ, ਐਨਸਥੀਸੀਆ ਨੂੰ ਸ਼ੁਰੂ ਕਰਨ ਲਈ ਅਤੇ ਉਹਨੂੰ ਮੇਨਟੇਨ ਕਰਨ ਵਾਸਤੇ ਕੀਟਾਮਾਈਨ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਹਦੇ ਨਾਲ ਹੀ ਫਿਰ ਇਹਨੂੰ ਕਿਉਂਕਿ ਟਰੈਂਕੁਲਾਈਜ਼ਰ ਅਤੇ ਇਹਨੂੰ ਨਸ਼ੇ ਦੇ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ। ਸੋ 120 ਕਿਲੋ ਇਹਨਾਂ ਤੋਂ ਬਰਾਮਦ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ 'ਤੇ ਮੁਕੱਦਮਾ ਚੱਲਿਆ, ਚਾਰਜਿਸ ਲੱਗੇ ਅਤੇ ਹੁਣ ਡੈਥ ਪੈਨਲਟੀ ਦੇ ਦਿੱਤੀ ਗਈ। ਸੋ ਗੋਂਗਜ਼ੋ ਦੀ ਇੰਟਰਮੀਡੀਏਟ ਪੀਪਲਸ ਕੋਰਟ ਹੈ ਜਿਨ੍ਹਾਂ ਨੇ ਇਹਨਾਂ ਨੂੰ ਡੈਥ ਪੈਨਲਟੀ ਸੁਣਾਈ ਹੈ। ਇਹਨਾਂ ਤੋਂ ਪਹਿਲਾਂ ਵਿਜੇ ਰੋਬਰਟ ਸਕੈਲਨਬਰਗ ਅਤੇ ਫੈਨ ਵਾਏ ਦੋਨਾਂ ਦੇ ਉੱਤੇ ਡਰੱਗ ਟਰੈਫਿਕਿੰਗ ਦੇ ਚਾਰਜਿਸ ਲੱਗੇ ਸੀ। ਜਿਹੜੇ ਦੋਨੋਂ ਮਾਈਕਲਸ ਫੜੇ ਹੋਏ, ਮਾਈਕਲ ਸਪੇਵਰ ਅਤੇ ਮਾਈਕਲ ਕੋਵਰਿਗ, ਉਹ ਦੋਨਾਂ ਦੀ ਜਿਹੜੀ ਉਹਨਾਂ ਨੂੰ ਡਿਟੈਂਸ਼ਨ 'ਚ ਰੱਖਿਆ ਗਿਆ, ਉਹਨਾਂ ਦੇ ਚਾਰਜਿਸ ਵੀ ਹੁਣ ਲਗਾ ਦਿੱਤੇ ਗਏ ਨੇ। ਉਹਨਾਂ ਦੀ ਡਿਟੈਂਸ਼ਨ ਨੂੰ ਸ਼ੁਰੂ ਤੋਂ ਹੀ ਕੈਨੇਡਾ ਦਾ ਇਹੀ ਸਟੈਂਸ ਰਿਹਾ ਕਿ ਉਹ ਬੇਬੁਨਿਆਦ ਹੈ, ਉਹ ਮਨ ਘੜੰਤ ਜਿਹੜੇ ਚਾਰਜਿਸ ਉਹਨਾਂ 'ਤੇ ਲਗਾਏ ਗਏ ਜੀ। ਅਤੇ ਰੋਬਰਟ ਸਕੈਲਨਬਰਗ ਦੀ ਜਿਹੜੀ ਡੈਥ ਪੈਨਲਟੀ ਜਿਹੜੀ ਸੁਣਾਈ ਗਈ ਆ ਉਹਦੇ ਬਾਰੇ ਵੀ ਕੈਨੇਡਾ ਦਾ ਸੇਮ ਸਟੈਂਸ ਹੈ ਜੀ। ਪਰ ਜਿਹੜਾ ਫੈਨ ਵਾਏ ਦੇ ਉੱਤੇ ਜਿਹੜਾ ਉਹਨਾਂ ਨੂੰ ਡੈਥ ਪੈਨਲਟੀ ਮਿਲੀ ਆ, ਕਹਿੰਦੇ ਆਰਬਿਟਰਰੀ ਨਹੀਂ ਹੈ ਇਹ ਕਹਿੰਦੇ ਇਹਦੇ ਵਿੱਚ ਫੈਨ ਵਾਏ ਦਾ ਵੀ ਕਿਤੇ ਨਾ ਕਿਤੇ ਕੋਈ ਦੋਸ਼ ਹੈਗਾ। ਕਿਉਂਕਿ ਇੱਕ ਪੂਰਾ ਗਰੁੱਪ ਸੀਗਾ, US ਦੇ ਵੀ ਕੁਝ ਲੋਕ ਸੀਗੇ, ਇਹਨਾਂ ਸਾਰਿਆਂ ਨੇ ਮਿਲ ਕੇ ਡਰੱਗ ਟਰੈਫਿਕਿੰਗ ਤਾਂ ਕੀਤੀ ਆ। ਪਰ ਕੈਨੇਡਾ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਕਲੈਮੈਂਸੀ ਦਿੱਤੀ ਜਾਵੇ, ਇਹਨਾਂ ਨੂੰ ਮਾਫੀ ਦੇ ਦਿੱਤੀ ਜਾਵੇ, ਇਹਨਾਂ ਨੂੰ ਡੈਥ ਪੈਨਲਟੀ ਨਾ ਕੋਈ ਹੋਰ ਸਜ਼ਾ ਦੇ ਦਿਓ, ਬਾਕੀ ਜਿਹੜੀ ਕਾਨੂੰਨ ਦੇ ਦਾਇਰੇ ਦੇ ਵਿੱਚ ਕੋਈ ਹੋਰ ਸਜ਼ਾ ਉਹ ਦੇ ਦਿਓ, ਪਰ ਡੈਥ ਪੈਨਲਟੀ ਤੋਂ ਇਹਨਾਂ ਨੂੰ ਬਖਸ਼ ਦਿਓ। ਕੈਨੇਡਾ ਦਾ ਸਟੈਂਸ ਇਹ ਹੈ ਕਿ ਕੈਨੇਡਾ ਦੇ ਹਵਾਲੇ ਕਰੋ, ਅਸੀਂ ਦੇਖਾਂਗੇ ਆਪਣੇ ਸਿਸਟਮ ਦੇ ਤਹਿਤ ਇਹਨਾਂ ਨੂੰ ਕੀ ਪੈਨਲਟੀ ਦੇਣੀ ਚਾਹੀਦੀ ਹੈ। ਅਤੇ ਹੁਣ ਗੱਲ ਇਹ ਹੈ ਕਿ ਇਹ ਸਾਰਾ ਤੀਸਰੀ ਜਿਹੜੀ ਡੈਥ ਪੈਨਲਟੀ ਸੁਣਾਈ ਗਈ ਸਿਰਫ 11 ਦਿਨ ਪਹਿਲਾਂ ਜਦੋਂ ਮੰਗਵਾਨ ਜੋ ਦੀ ਅਗਲੀ ਹੀਅਰਿੰਗ ਹੋਣੀ ਹੈ। ਤਾਂ ਜਿਹੜਾ ਦੱਸਿਆ ਗਿਆ ਕਿ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਇਹ ਤੀਜੀ ਡੈਥ ਪੈਨਲਟੀ ਹੈ ਜੀ। ਮੰਗਵਾਨ ਜੋ ਨੂੰ ਕਦੋਂ ਕੀਤਾ ਗਿਆ ਸੀ ਅਰੈਸਟ? ਦਸੰਬਰ 2018 ਦੇ ਵਿੱਚ, ਦਸੰਬਰ 2018 'ਚ। ਸੋ ਉਸ ਤੋਂ ਅਗਲੇ ਹੀ ਮਹੀਨੇ ਪਹਿਲੀ ਡੈਥ ਪੈਨਲਟੀ ਸੁਣਾਈ ਗਈ, ਉਸ ਤੋਂ ਬਾਅਦ ਫਿਰ ਇੱਕ ਦੂਸਰੀ ਸੁਣਾਈ ਗਈ ਅਤੇ ਹੁਣ 11 ਦਿਨ ਪਹਿਲਾਂ ਹੀਅਰਿੰਗ ਤੋਂ ਤੀਸਰੀ ਡੈਥ ਪੈਨਲਟੀ ਚਾਈਨਾ ਵੱਲੋਂ ਦਿੱਤੀ ਗਈ ਹੈ। ਅੱਛਾ, ਹੁਣ ਜਿੱਥੇ ਤੇ ਡੈਥ ਪੈਨਲਟੀਜ਼ ਦੀ ਗੱਲ ਹੈ, ਜਦੋਂ ਕਦੇ ਵੀ ਕੈਨੇਡਾ ਦੀ ਕਿਸੇ ਵੀ ਖੂਫੀਆ ਏਜੰਸੀ ਵੱਲੋਂ ਜਾਂ ਜਿਹੜੇ ਕੋਈ ਥਿੰਕ ਟੈਂਕਸ ਨੇ, ਐਕਸਪਰਟਸ ਨੇ, ਐਨਾਲਿਸਟ ਨੇ, ਉਹਨਾਂ ਵੱਲੋਂ ਜਦੋਂ ਕਦੇ ਵੀ ਚਾਈਨਾ ਬਾਰੇ ਕੋਈ ਨਾ ਕੋਈ ਚੇਤਾਵਨੀ ਦਿੱਤੀ ਜਾਣੀ ਹੁੰਦੀ ਆ ਤਾਂ ਉਹ ਗੱਲ ਲੈ ਕੇ ਆਉਂਦੇ ਨੇ ਸਿਕਿਉਰਿਟੀ ਤੇ, ਇੰਟੈਲੈਕਚੁਅਲ ਐਸੈਟਸ ਤੇ ਵੀ ਜੀ। ਕੈਨੇਡਾ ਦੇ ਵਿੱਚ ਜਿਹੜੀਆਂ ਕੋਈ ਖੋਜਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਸਾਡੇ ਇੱਥੇ ਕੋਈ ਐਕੈਡਮਿਸ਼ੀਅਨਸ ਨੇ, ਜਿਹੜੇ ਸਾਡੇ ਪੜ੍ਹਾਕੂ ਵਿਅਕਤੀ ਨੇ, ਜਿਹੜੇ ਉਹਨਾਂ ਵੱਲੋਂ ਖੋਜ ਕੀਤੀ ਜਾ ਰਹੀ, ਯੂਨੀਵਰਸਿਟੀਆਂ ਦੇ ਵਿੱਚ ਜੋ ਰਿਸਰਚ ਹੋ ਰਹੀ ਆ, ਵੀ ਉਹਦੇ ਉੱਪਰ ਚਾਈਨਾ ਦਾ ਪ੍ਰਭਾਵ ਕਿਵੇਂ ਹੈ ਅਤੇ ਚਾਈਨਾ ਕਿਵੇਂ ਉਸ ਇਨਫੋਰਮੇਸ਼ਨ ਨੂੰ ਆਪਣੇ ਇਖਤਿਆਰ ਦੇ ਵਿੱਚ ਲੈਣ ਵਾਸਤੇ ਉਪਰਾਲੇ ਕਰ ਰਿਹਾ। ਸੀਸੀਜ਼ ਨੇ ਇਸੇ ਤਰ੍ਹਾਂ ਦੀ ਇੱਕ ਵਾਰਨਿੰਗ ਹੁਣ ਜਾਰੀ ਕੀਤੀ ਆ। ਕਹਿੰਦੇ ਵੀ ਚਾਈਨਾ ਦਾ ਇੱਕ ਪਲਾਨ ਹੈ ਜਿਹੜਾ ਉਹਨਾਂ ਨੇ 2008 ਦੇ ਵਿੱਚ ਸ਼ੁਰੂ ਕੀਤਾ ਸੀ, 1000 ਟੈਲੈਂਟਸ ਪਲਾਨ, TTP। ਵੀ ਇਸ TTP ਪਲਾਨ ਦੇ ਤਹਿਤ ਇਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕੈਨੇਡਾ ਦੇ ਜਿਹੜੇ ਐਕੈਡਮਿਸ਼ੀਅਨਸ ਨੇ, ਜਿਹੜੇ ਕਿ ਪ੍ਰੋਫੈਸਰਸ ਨੇ, ਰਿਸਰਚਰਸ ਨੇ, ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਅਤੇ ਉਹਨਾਂ ਦੇ ਥਰੂ ਉਹਨਾਂ ਨੂੰ ਚਾਈਨਾ ਦੇ ਵਿੱਚ ਉਹਨਾਂ ਦੀ ਲੈਬ ਸੈੱਟ ਕਰਾ ਲਓ ਜਾਂ ਉਹਨਾਂ ਨੂੰ ਹੋਰ ਇਨਸੈਂਟਿਵ ਦਿਓ। ਅਤੇ ਕਹਿੰਦੇ ਵੀ ਉੱਥੇ ਜਦੋਂ ਉਹਨਾਂ ਦੀ ਲੈਬ ਸੈੱਟ ਹੋ ਜਾਂਦੀ ਹੈ, ਉਹ ਜਿਹੜੀ ਖੋਜ ਉਹਨਾਂ ਨੇ ਕੈਨੇਡਾ 'ਚ ਕੀਤੀ ਹੁੰਦੀ ਆ, ਜਿਹੜੀ ਅਦਰਵਾਈਜ਼ ਉਹ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨਗੇ, ਫਿਰ ਉਸ ਲੈਬ ਦੇ ਵਿੱਚ ਉਹ ਜਾਣਕਾਰੀ ਦਾ ਖੁਲਾਸਾ ਹੋ ਜਾਂਦਾ। ਵਿਜੇ 200 ਤੋਂ ਵੀ ਵੱਧ ਅਜਿਹੇ ਪ੍ਰੋਗਰਾਮਸ ਹੈਗੇ ਆ। 1000 ਟੈਲੈਂਟਸ ਪ੍ਰੋਗਰਾਮ ਪਲਾਨ ਜਿਹੜਾ ਇਜ਼ ਜਸਟ ਵਨ ਆਫ ਦੈਮ। ਅਤੇ ਇਹਦੇ ਤਹਿਤ ਜਿਹੜੇ ਕੈਨੇਡੀਅਨ ਐਕੈਡਮਿਸ਼ੀਅਨ ਹੈਗੇ ਆ ਜਾਂ ਪ੍ਰੋਫੈਸਰਸ ਆ ਜਾਂ ਸਾਇੰਟਿਸਟ ਹੈਗੇ ਆ,
ਉਹਨਾਂ ਨੂੰ ਰਿਕਰੂਟ ਕੀਤਾ ਜਾਂਦਾ ਤੇ ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਇਨਸੈਂਟਿਵਸ ਦਿੱਤੇ ਜਾਂਦੇ ਆ। ਤੇ ਇੱਕ 2016 ਦੇ ਵਿੱਚ ਇੱਕ ਰਿਪੋਰਟ ਆਈ ਸੀ, ਉਹਦੇ ਵਿੱਚ ਦੱਸਿਆ ਗਿਆ ਕਿ ਇਸ TTP ਦੇ ਤਹਿਤ ਜਿਹੜੀ ਫੰਡਿੰਗ ਮਿਲਦੇ, ਜਿਹੜੇ ਪੈਸੇ ਮਿਲਦੇ ਨੇ, ਹਾਂ, ਸੋ $3,35,000 ਇਨੀਸ਼ੀਅਲ ਗ੍ਰਾਂਟ ਦਿੱਤੀ ਜਾਂਦੀ ਹੈ ਸਟਾਰਟਅਪ ਦੇ ਵਾਸਤੇ ਕਿ ਤੁਸੀਂ ਆਪਣੀ ਰਿਸਰਚ ਆ ਕੇ ਸਾਡੇ ਕੋਲ ਚਾਈਨਾ ਦੇ ਵਿੱਚ ਕਰੋ, ਅਸੀਂ ਤੁਹਾਨੂੰ $3,35,000 ਅਪ ਟੂ $3,35,000 ਸਟਾਰਟਅਪ ਵਜੋਂ ਦੇਵਾਂਗੇ ਤੇ ਹਰ ਸਾਲ $1,68,000 ਤੱਕ ਦੀ ਤੁਹਾਨੂੰ ਗ੍ਰਾਂਟ ਦੇਵਾਂਗੇ ਹਰ ਸਾਲ। ਸੋ ਬੇਸਿਕਲੀ ਕੀ ਕਰਦੇ ਨੇ ਵੀ ਤੁਸੀਂ ਬੜੇ ਹੁਸ਼ਿਆਰ ਰਿਸਰਚਰ ਹੋ, ਐਂਡ ਹੁੰਦੇ ਵੀ ਨੇ, ਇਹੋ ਜਿਹੀ ਗੱਲ ਨਹੀਂ ਆ, ਵੀ ਆਇਡੈਂਟੀਫਾਈ ਕਰਦੇ ਨੇ ਵਿਅਕਤੀਆਂ ਨੂੰ, ਫਿਰ ਉਹਨਾਂ ਨੂੰ ਜਦੋਂ ਗ੍ਰਾਂਟ ਮਿਲਦੀ ਆ, ਜਦੋਂ ਤੁਹਾਨੂੰ ਇਹ ਸਾਰਾ ਇਨਫਰਾਸਟਰਕਚਰ ਆਪਣਾ ਸੈਟਅਪ ਕਰਨ ਲਈ, ਆਪਣੀ ਲੈਬ ਸੈਟਅਪ ਕਰਨ ਲਈ ਤੁਹਾਨੂੰ ਮੌਕਾ ਮਿਲ ਰਿਹਾ, ਤੇ ਫਿਰ ਬੰਦੇ ਦਾ ਕਿਤੇ ਨਾ ਕਿਤੇ ਝੁਕਾਅ ਹੋ ਜਾਂਦਾ। ਹੁਣ ਪਰ ਕੁਝ ਪ੍ਰੋਫੈਸਰਸ ਦਾ ਤੇ ਕੁਝ ਜਿਹੜੇ ਰਿਸਰਚਰਸ ਨੇ ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਇਹ ਜਿਹੜੀ CSIS ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ, ਕਹਿੰਦੇ ਬੇਬੁਨਿਆਦ ਜਿਹੀ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਕਹਿੰਦੇ ਜਿਹੜੇ ਵੀ ਕੋਈ ਵਿਅਕਤੀ ਰਿਸਰਚਰਸ ਨੇ ਉਹ ਵੀ ਤਾਂ ਪ੍ਰੋਫੈਸ਼ਨਲ ਨੇ, ਸਾਡਾ ਆਪਣੇ ਮੁਲਕ ਪ੍ਰਤੀ ਵੀ ਤੇ ਕੋਈ ਵਫਾਦਾਰੀ ਦੀ ਗੱਲ ਆ, ਅਸੀਂ ਇੱਦਾਂ ਥੋੜ੍ਹਾ ਨਾ ਜਾ ਕੇ ਜਾਣਕਾਰੀ ਸਾਂਝੀ ਕਰ ਲਵਾਂਗੇ। ਪਰ ਬਸ ਉਹ ਪਿਛਲੇ ਮਹੀਨੇ USA ਦੇ ਇੱਕ ਰਿਸਰਚਰ ਸੀ ਜਿਨ੍ਹਾਂ ਨੂੰ ਕਿ ਇਸੇ ਗੱਲ 'ਤੇ ਅਰੈਸਟ ਵੀ ਕੀਤਾ ਗਿਆ ਸੀ USA ਦੇ ਵਿੱਚ, ਕਿ ਉਹ ਚਾਈਨਾ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਪਏ ਸੀ। ਵੀਰੇ 2018 ਸੈਪਟੈਂਬਰ ਦੇ ਵਿੱਚ US ਨੇ ਇਹਦੀ ਜਾਂਚ ਕਰਨੀ ਸ਼ੁਰੂ ਕੀਤੀ ਇਸ ਪ੍ਰੋਗਰਾਮ ਦੀ। ਉਸ ਤੋਂ ਬਾਅਦ ਚਾਈਨਾ ਨੇ ਉਹਨਾਂ ਪ੍ਰੋਫੈਸਰਸ ਦੇ ਨਾਮ ਹੀ ਜਨਤਕ ਕਰਨੇ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਰਿਕਰੂਟ ਕੀਤਾ ਜਾਂਦਾ ਜੀ। ਉਸ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਮਾਮਲਾ US ਦੇ ਵਿੱਚ ਖਾਸ ਤੌਰ 'ਤੇ ਬਹੁਤ ਭਖਿਆ ਹੋਇਆ। ਤੇ 2019 ਨਵੰਬਰ ਦੇ ਵਿੱਚ US ਸੈਨੇਟ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ, ਉਹਦੇ ਵਿੱਚ ਸੀਗਾ ਕਿ ਇਹਨਾਂ ਜਿਹੜੇ ਵੀ ਲੋਕਾਂ ਨੂੰ ਰਿਕਰੂਟ ਕੀਤਾ ਜਾਂਦਾ ਇਹਨਾਂ ਪ੍ਰੋਗਰਾਮਸ ਦੇ ਤਹਿਤ, ਉਹਨਾਂ ਦੇ ਕੋਲੋਂ ਕੰਟਰੈਕਟ ਸਾਈਨ ਕਰਾ ਲਿਆ ਜਾਂਦਾ ਕਿ ਤੁਸੀਂ ਭਾਵੇਂ ਪ੍ਰੋਫੈਸਰਸ ਤਾਂ ਤੁਸੀਂ US ਦੇ ਹੋ, ਪਰ ਜਿਹੜੀ ਤੁਸੀਂ ਰਿਸਰਚ ਕਰੋਗੇ ਉਹਦੇ ਜਿਹੜੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੈਗੇ ਉਹ ਚਾਈਨਾ ਦੇ ਕੋਲ ਹੋਣਗੇ। ਹਾਂ, ਸੋ ਮੇਨ ਗੱਲ ਆ ਜਾਂਦੀ IP ਰਾਈਟਸ ਤੇ ਇਹਨਾਂ ਦੀ ਸਭ ਤੋਂ ਹੁਣ ਮਹੱਤਤਾ ਹੋਰ ਜ਼ਿਆਦਾ ਵੱਧ ਗਈ ਹੈ ਕਿਉਂਕਿ COVID-19 ਦੇ ਕਰਕੇ। COVID-19 ਦੇ ਦੌਰਾਨ ਜਿਹੜੀ ਹੁਣ ਵੈਕਸੀਨ ਦੀ ਰਿਸਰਚ ਚੱਲ ਰਹੀ ਹੈ ਜਾਂ ਕਿਉਰ ਵਾਸਤੇ ਰਿਸਰਚ ਚੱਲ ਰਹੀ ਹੈ, ਉਹ ਸਾਰੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੈਗੇ ਉਹ। ਤੇ CSIS ਨੇ ਮਈ ਦੇ ਵਿੱਚ ਇਹ ਜਿਹੜਾ ਇੱਕ ਵਾਰਨਿੰਗ ਜਾਰੀ ਕੀਤੀ ਸੀ ਕਿ ਜਿਹੜੇ ਕੈਨੇਡੀਅਨ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੈਗੇ ਆ, ਦੇ ਆਰ ਅ ਵੈਲਿਊਏਬਲ ਟਾਰਗੇਟ, ਕਿ ਚਾਈਨਾ ਦੇ ਜਿਹੜੇ ਹੈਕਰਸ ਹੈਗੇ, ਜਿਹੜੇ ਚਾਈਨੀਜ਼ ਸਟੇਟ ਦੇ ਨਾਲ ਅਲਾਈਨਡ ਹੈਗੇ ਆ, ਉਹ ਕੈਨੇਡੀਅਨ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਨੂੰ ਟਾਰਗੇਟ ਕਰ ਸਕਦੇ ਆ। ਅੱਛਾ, ਬਸ ਹੁਣ ਕਈ ਜਿਹੜੇ ਪ੍ਰੋਫੈਸਰਸ ਉਹਨਾਂ ਨੇ ਇਹ ਗੱਲ ਵੀ ਸਾਂਝੀ ਕੀਤੀ ਆ, ਰਿਸਰਚਰਸ ਨੇ, ਕਹਿੰਦੇ ਵੀ ਚਾਈਨਾ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਖੋਜੀ ਨੇ, ਪ੍ਰੋਫੈਸਰ ਨੇ, ਸਾਇੰਟਿਸਟ ਨੇ, ਕਹਿੰਦੇ ਉਹਨਾਂ ਨੂੰ ਟਰੀਟਮੈਂਟ ਬੜਾ ਵਧੀਆ ਮਿਲਦਾ। ਜਦੋਂ ਤੁਸੀਂ ਉੱਥੇ ਕਹਿੰਦੇ ਜਾਓ ਉਹਨਾਂ ਦੀ ਕਿਸੇ ਕਾਨਫਰੰਸ ਤੇ, ਕਹਿੰਦੇ ਉਹ ਤੇ ਐਂ ਟਰੀਟ ਕਰਦੇ ਨੇ ਜਿਵੇਂ ਤੁਸੀਂ ਕੋਈ ਸਟਾਰ ਹੋਵੋ। ਕਹਿੰਦੇ ਰੈੱਡ ਕਾਰਪੇਟ ਰੋਲ ਆਊਟ ਕਰਦੇ ਨੇ, ਕਹਿੰਦੇ ਤੁਹਾਡੇ ਨਾਲ ਸੈਲਫੀ ਖਿੱਚਣ ਨੂੰ ਆਉਂਦੇ ਨੇ। ਬੰਦਾ ਕਹਿੰਦਾ ਹੈ, ਹਾਂ, ਇੱਕ ਨੇ ਤਾਂ ਕਿਹਾ, ਕਹਿੰਦੇ ਮੇਰੇ ਸਵਾਗਤ 'ਚ ਆਤਿਸ਼ਬਾਜ਼ੀ ਵੀ ਹੋਈ ਹੈ। ਹਾਂ, ਮਤਲਬ ਤੁਸੀਂ ਇਹ ਵੇਖੋ, ਚਲੋ ਜੇ ਸਿੱਖਣ ਵਾਲੀ ਗੱਲ ਹੋਵੇ ਨਾ, ਬਸ ਉਹ ਇਹ ਹੈ ਕਿ ਹੁਣ ਅਸੀਂ ਇਸ ਪੈਂਡੈਮਿਕ ਤੋਂ ਬਾਅਦ ਇਹ ਗੱਲ ਕਰਨੀ ਸ਼ੁਰੂ ਹੋਏ ਹਾਂ ਵੀ ਜੀ ਸਾਡੇ ਅਸਲੀ ਨਾਇਕ ਕੌਣ ਨੇ। ਸਾਡੇ ਅਸਲੀ ਨਾਇਕ ਜਿਹੜਾ ਕੋਈ ਵੈਕਸੀਨ 'ਤੇ ਰਿਸਰਚ ਕਰ ਰਿਹਾ, ਡਾਕਟਰਸ ਨੇ, ਫਰੰਟ ਲਾਈਨ ਵਰਕਰਸ ਨੇ, ਜਾਂ ਜਿਹੜੇ ਟਰੱਕਰਸ ਨੇ ਜਿਹੜੇ ਕਿ ਹੁਣ ਸਪਲਾਈ ਚੇਨ ਨੂੰ ਚੱਲਦਾ ਰੱਖ ਰਹੇ ਨੇ, ਜਾਂ ਜਿਹੜੇ ਹੋਰ ਜਿਹੜੀਆਂ ਬੁਨਿਆਦੀ ਸੇਵਾਵਾਂ ਨੇ ਉਹ ਪ੍ਰਦਾਨ ਕਰ ਰਹੇ ਨੇ ਤਾਂ ਕਿ ਸ਼ਹਿਰ ਸਾਫ਼ ਰਹਿਣ, ਜਾਂ ਜਿਹੜੇ ਸਾਡਾ ਸੈਨੀਟੇਸ਼ਨ ਦੀਆਂ ਸੇਵਾਵਾਂ ਨੇ ਉਹਨਾਂ 'ਚ ਵਿਘਨ ਨਾ ਪਏ। ਵੀ ਸਾਡੇ ਅਸਲੀ ਹੀਰੋਜ਼ ਤੇ ਉਹ ਨੇ, ਫਰੰਟ ਲਾਈਨ ਵਰਕਰਸ ਨੇ। ਉਹਨਾਂ ਨੇ ਆਲਰੇਡੀ ਜਿਹੜੇ ਮਤਲਬ ਐਕੈਡਮਿਸ਼ੀਅਨਸ ਨੇ ਉਹਨਾਂ ਨੂੰ ਉਹ ਰੁਤਬਾ ਦਿੱਤਾ ਹੋਇਆ। ਤਾਂ ਕਹਿੰਦੇ ਵੀ ਨਾਰਮਲੀ ਤੁਸੀਂ ਜਾ ਕੇ ਉੱਥੇ ਬੜਾ ਇੰਪ੍ਰੈਸ ਹੁੰਦੇ ਹੋ ਵੀ ਸਾਡੇ ਮੁਲਕ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਹਾਂ ਵੀ ਅਸੀਂ ਐਕੈਡੈਮਿਕਸ ਨੂੰ ਬੜਾਵਾ ਦਿੰਦੇ ਹਾਂ, ਸਭ ਕੁਛ ਕਰਦੇ ਹਾਂ, ਉੱਥੇ ਤੇ ਇਹੋ ਜਿਹਾ ਟਰੀਟਮੈਂਟ ਮਿਲਦਾ ਨਹੀਂ। ਵੀਰੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਇੱਕ ਪ੍ਰੋਫੈਸਰ ਹੈਗੇ ਸਾਇੰਟਿਸਟ, ਜਿਹੜੇ ਕਿ ਇੱਥੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਸੀਗੇ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਰਿਕਰੂਟ ਕੀਤਾ ਗਿਆ 1000 ਟੈਲੈਂਟਸ ਪਲਾਨ ਦੇ ਤਹਿਤ। ਉਹਨਾਂ ਨੇ ਜਾ ਕੇ ਚਾਈਨਾ ਦੇ ਵਿੱਚ ਇੱਕ ਲੈਬ ਬਣਾਈ ਜਿਹੜੀ ਕਿ ਹੂ ਬਹੂ ਸੇਮ ਸੀਗੀ ਜਿਹੜੀ ਇੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਲੈਬ ਸੀ। ਸੋ US ਵੱਲੋਂ ਵੀ ਇਹੀ ਕਿਹਾ ਜਾ ਰਿਹਾ, ਕਹਿੰਦੇ ਕਿ ਇਹਨਾਂ ਨੇ ਸ਼ੈਡੋ ਪ੍ਰੋਗਰਾਮ ਸ਼ੁਰੂ ਕੀਤੇ ਹੋਏ, ਸ਼ੈਡੋ ਰਿਸਰਚ ਸ਼ੁਰੂ ਕੀਤੀ ਹੋਈ ਹੈ ਕਿ ਜਿਹੜੀ ਰਿਸਰਚ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਚੱਲ ਰਹੀ ਹੁੰਦੀ ਆ, ਉਹ ਸੇਮ ਰਿਸਰਚ, ਕਿਉਂਕਿ ਉੱਥੇ ਰਿਸੋਰਸਿਸ ਸਸਤੇ ਹੈਗੇ ਆ, ਹਿਊਮਨ ਰਿਸੋਰਸ ਸਸਤਾ, ਬਾਕੀ ਚੀਜ਼ਾਂ ਵੀ ਉੱਥੇ US ਦੇ ਮੁਕਾਬਲੇ ਡੈਫੀਨੇਟਲੀ ਸਸਤੀਆਂ ਨੇ ਜੀ। ਉੱਥੇ ਕਹਿੰਦੇ ਉਹ ਇੱਥੇ ਨਾਲੋਂ ਤੇਜ਼ ਤੇ ਘੱਟ ਪੈਸਿਆਂ ਦੇ ਵਿੱਚ ਸੇਮ ਰਿਸਰਚ ਜਿਹੜੀ ਸ਼ੁਰੂ ਕਰਕੇ ਖਤਮ ਵੀ ਕਰ ਲੈਂਦੇ ਨੇ, ਪਹਿਲਾਂ ਹੀ ਪੈਟੈਂਟ ਕਰਾ ਲੈਂਦੇ ਆ। ਸੋ ਸ਼ੈਡੋ ਪ੍ਰੋਗਰਾਮਸ ਇਸ ਪ੍ਰੋਗਰਾਮ ਦੇ ਤਹਿਤ ਚੱਲਦੇ ਨੇ ਤੇ ਬੰਦਾ ਉਹੀ ਹੁੰਦਾ, ਰਿਸਰਚਰ ਉਹੀ ਹੈ ਜਿਹਨੇ ਇੱਥੇ ਵੀ ਕੰਮ ਕਰਨਾ, ਉੱਥੇ ਵੀ ਕਰਨਾ। ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਚਾਈਨਾ ਦੇ। ਪਰ ਬਸ ਹੁਣ ਇਹਦੇ ਵਿੱਚੋਂ ਜੇ ਗੱਲ ਨੂੰ ਆਪਾਂ ਇੱਥੇ ਨਿਬੇੜੀਏ, ਜਿਹੜੀ ਬ੍ਰੇਨ ਡਰੇਨ ਸੀ ਨਾ ਫॉर द ਲੌਂਗੈਸਟ ਟਾਈਮ, ਜੇ ਅਸੀਂ 20th ਸੈਂਚਰੀ ਦੀ ਗੱਲ ਕਰੀਏ, 20th ਸੈਂਚਰੀ ਦੇ ਵਿੱਚ ਜਿਹੜੀ ਸਾਰੀ ਦੀ ਸਾਰੀ ਬ੍ਰੇਨ ਡਰੇਨ ਸੀ, ਵੈਸਟ ਨੇ ਉਹਦਾ ਫਾਇਦਾ ਲਿਆ। ਈਸਟ ਟੂ ਵੈਸਟ ਹੁੰਦੀ ਰਹੀ ਹੈ। ਹੁਣ ਇਹ ਜਿਹੜੇ ਤੁਸੀਂ ਇਹ ਲਾ ਲਓ ਵੀ ਜਿਹੜੇ
ਵਲ ਉਲਟੇ ਬਾਂਸ ਬਰੇਲੀ ਤਾਂ ਖੈਰ ਗਲਤ ਹੋਏਗੀ ਇਹ ਕਹਾਵਤ ਇੱਥੇ ਇਸਤੇਮਾਲ ਕਰਨੀ, ਪਰ ਹੁਣ ਉਹਦਾ ਫਲੋ ਰਿਵਰਸ ਹੋ ਗਿਆ ਤੇ ਉਹ ਵੈਸਟ ਨੂੰ ਉਹ ਰਾਸ ਨਹੀਂ ਆ ਰਿਹਾ। ਪ੍ਰੋਬਲਮ ਇੱਥੇ ਆ। ਤੇ ਜਿਹੜੇ ਵਿਜੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਨਾ ਬਹੁਤ ਸਾਰੇ ਰਾਈਟ ਵਿੰਗਰਸ ਸੋ ਟੂ ਸੇ, ਜਿਹੜੇ ਅਖੰਡ ਭਾਰਤ ਦੀ ਗੱਲ ਕਰਦੇ ਆ, ਜਿਹੜੇ ਕਹਿੰਦੇ ਸੀ ਕਿ ਅਸੀਂ ਇਹ ਨਾਲੰਦਾ ਯੂਨੀਵਰਸਿਟੀ ਤੇ ਤਕਸ਼ਿਲਾ ਅਸੀਂ ਦੁਬਾਰਾ ਸ਼ੁਰੂ ਕਰ ਦੇਣੀ ਆ, ਕਿ ਜਿਹੜੀ ਬ੍ਰੇਨ ਡਰੇਨ ਹੈਗੀ ਆ ਹੁਣ ਉਹ ਵੈਸਟ ਟੂ ਈਸਟ ਹੋਏਗੀ, ਵਾਪਸ ਹੋਏਗੀ। ਉਹ ਇੰਡੀਆ ਤਾਂ ਨਹੀਂ ਹੋ ਰਹੀ, ਪਰ ਚਾਈਨਾ ਹੋਣ ਲੱਗ ਪਈ ਹੈ। ਦੈਟਸ ਰਾਈਟ। ਉਹ ਅਕ੍ਰੋਸ ਉਹ ਪੈਸੀਫਿਕ ਟੱਪ ਕੇ ਉੱਥੇ ਚਾਈਨਾ ਜਾ ਕੇ ਰੁਕ ਜਾਂਦੀ ਆ ਤੇ ਉਸ ਤੋਂ ਅੱਗੇ ਅਗਾਂਹ ਨੂੰ ਇੰਡੀਆ ਵੱਲ ਨੂੰ ਨਹੀਂ ਜਾ ਰਹੀ। ਜੇ ਬਸ ਚਲੋ ਇਹ ਆਪਾਂ ਗੱਲ ਛੇੜੀਏ 10 ਕੁ ਸਾਲ ਪਹਿਲਾਂ ਜਦੋਂ ਅਤੁੱਲਿਆ ਭਾਰਤ, ਇਨਕ੍ਰੈਡੀਬਲ ਇੰਡੀਆ, ਇੰਡੀਆ ਸ਼ਾਈਨਿੰਗ ਦੀ ਕੈਂਪੇਨ ਚੱਲੀ ਸੀ, ਇੱਕ ਆਪਟੀਮਿਜ਼ਮ ਸੀ ਇੰਡੀਆ ਬਾਰੇ। ਬਹੁਤ ਸਾਰੇ ਲੋਕ ਸੀ ਇੰਡੀਆ ਵਾਪਸ ਮੂਵ ਹੋ ਗਏ ਸੀ, ਪਰ ਹੁਣ ਉਹ ਰੁਝਾਨ ਅਸੀਂ ਵੇਖ ਰਹੇ ਹਾਂ ਕਿ ਹੁਣ ਉਹ ਤਬਦੀਲ ਹੋਣਾ ਸ਼ੁਰੂ ਹੋ ਚੁੱਕਾ। ਜਿਹੜੇ ਲੋਕੀ ਪਿਛਲੇ 10-15 ਸਾਲਾਂ ਦੇ ਵਿੱਚ ਜਿਨ੍ਹਾਂ ਕੋਲ ਕੈਨੇਡਾ, USA ਆਉਣ ਦਾ ਮੌਕਾ ਸੀ, ਅਗਲੇ ਕਹਿੰਦੇ ਸੀ ਨਹੀਂ ਯਾਰ ਕੀ ਕਰਨਾ ਜਾ ਕੇ, ਇੱਥੇ ਬਹੁਤ ਵਧੀਆ ਬੈਠੇ ਹਾਂ। ਹੁਣ ਉਹ ਚਾਹੁੰਦੇ ਨੇ ਕਿ ਆ ਲਈਏ, ਆ ਜਾਈਏ, ਕੁਆਲੀਫਾਈਡ ਵੀ ਹੈਗੇ ਨੇ, ਸਭ ਕੁਝ ਹੈਗਾ, ਪਰ ਹੁਣ ਏਜ ਹੱਥੋਂ ਲੰਘ ਚੁੱਕੀ ਆ, ਉਹਦੇ ਕਰਕੇ ਪੁਆਇੰਟ ਨਹੀਂ ਬਣਦੇ। ਯੈਸ, ਤੇ ਇਹ ਵੀ ਨਹੀਂ ਹੈ ਕਿ ਹੁਣ ਕੈਂਪੇਨਸ ਚੱਲ ਨਹੀਂ ਰਹੀਆਂ, ਕੈਂਪੇਨਸ ਹੁਣ ਵੀ ਬਹੁਤ ਚੱਲ ਰਹੀਆਂ, ਮੇਕ ਇਨ ਇੰਡੀਆ ਤੇ ਹੋਰ ਬਹੁਤ ਕੁਝ, ਪਰ ਉਹ ਗੱਲਾਂ ਦਾ ਕੜਾਈ ਰਹਿ ਗਿਆ ਹੁਣ। ਯੈਸ, ਪਹਿਲਾਂ ਹੁੰਦਾ ਸੀ ਟਾਵੀ ਹੁੰਦੀ ਸੀ ਕੋਈ ਕੈਂਪੇਨ, ਇੰਡੀਆ ਸ਼ਾਈਨਿੰਗ ਸਾਰਿਆਂ ਨੂੰ ਯਾਦ ਹੈ, ਇਨਕ੍ਰੈਡੀਬਲ ਇੰਡੀਆ ਸਾਰਿਆਂ ਨੂੰ ਯਾਦ ਹੈ। ਹੁਣ ਮੇਕ ਇਨ ਇੰਡੀਆ ਐਕਰੋਨਿਮਸ ਇੰਨੇ ਬੜੇ ਬਣਾ ਦਿੱਤੇ, ਕਈ ਵਾਰ ਤਾਂ ਉੱਥੇ ਦੇ ਪੋਲੀਟੀਸ਼ੀਅਨਸ ਖੜੇ ਹੀ ਕੋਈ ਐਕਰੋਨਿਮ ਬਣਾ ਕੇ ਨਵਾਂ ਕੋਈ ਪਲਾਨ ਦੱਸ ਦਿੰਦੇ ਕਿ ਆਹ ਸਕੀਮ ਛੱਡ ਦਿੰਦੇ, ਸ਼ਗੂਫੇ ਹੀ ਨੇ, ਲੁੱਕ ਈਸਟ ਪਾਲਿਸੀ, ਇਹ ਉਹ ਫਲਾਨਾ ਟਮਕਾਨਾ। ਸੋ ਜਿਹੜੀ ਆਹ ਗੱਲ ਹੈ ਨਾ ਸਾਰੀ ਦੀ ਸਾਰੀ, ਕਿ ਜਿਹੜਾ ਸੀਸੀਜ਼ ਨੂੰ ਇਹ ਗੱਲ ਰਾਸ ਨਹੀਂ ਆ ਰਹੀ, US ਨੂੰ ਗੱਲ ਰਾਸ ਨਹੀਂ ਆ ਰਹੀ। ਜੇ ਅਸੀਂ ਹਿਸਟਰੀ ਦੇ ਵਿੱਚ ਜਾ ਕੇ ਵੇਖਾਂਗੇ ਨਾ ਤਾਂ ਬਹੁਤ ਸਾਰੀਆਂ ਮਿਸਾਲਾਂ ਇਹੋ ਜਿਹੀਆਂ ਮਿਲਣਗੀਆਂ ਜਿਹਦੇ ਵਿੱਚ ਕਿ ਪੇਟੈਂਟ ਉਹ ਬਣਦਾ ਸੀਗਾ ਕਿਸੇ ਈਸਟ ਵਾਲੇ ਸਾਇੰਟਿਸਟ ਦਾ, ਜਾਂ ਕੰਮ ਸਾਰਾ ਈਸਟ ਵਾਲੇ ਸਾਇੰਟਿਸਟ ਨੇ ਕੀਤਾ ਸੀ, ਪਰ ਕ੍ਰੈਡਿਟ ਉਹਦਾ ਉਹਨੂੰ ਮਿਲਿਆ ਨਹੀਂ। ਇੱਕ ਗੱਲ ਇਹ ਵੀ ਚੱਲਦੀ, ਕਹਿੰਦੇ ਰੇਡੀਓ ਦੀ ਡਿਵੈਲਪਮੈਂਟ ਦੇ ਵਿੱਚ ਜਦੋਂ ਰੇਡੀਓ ਵੇਵਜ਼ ਤੇ ਜਿਹੜਾ ਆਪਾਂ ਹੁਣ ਰੇਡੀਓ ਅੱਜ ਕੱਲ੍ਹ ਸੁਣਦੇ ਹਾਂ, ਇਹਦੇ ਵਿੱਚ ਇੱਕ ਇੰਡੀਅਨ ਸਾਇੰਟਿਸਟ ਸੀ ਕਲਕੱਤਾ ਦੇ, ਉਹਨਾਂ ਦਾ ਬਹੁਤ ਵੱਡਾ ਰੋਲ ਸੀ, ਉਹਨਾਂ ਨੂੰ ਕਿਤੇ ਕ੍ਰੈਡਿਟ ਹੀ ਨਹੀਂ ਮਿਲਿਆ ਚੱਜ ਨਾਲ। ਇੰਡੀਆ ਦੇ ਵਿੱਚ ਨਾ ਮੇ ਬੀ ਯੂ ਰਾਈਟ, ਪਰ ਬਹੁਤ ਸਾਰੀਆਂ ਇੱਦਾਂ ਦੀਆਂ ਕੌਨਸਪੀਰੇਸੀ ਥਿਊਰੀਜ਼ ਵੀ ਹੈਗੀਆਂ। ਉਹ ਤਾਂ ਕਹਿੰਦੇ ਜੀ ਮਹਾਭਾਰਤ ਦੇ ਟਾਈਮ ਤੇ ਉੱਥੇ ਇੰਟਰਨੈਟ ਵੀ ਸੀਗਾ, ਇੰਟਰਨੈਟ ਦਾ ਪੈਟੈਂਟ ਵੀ ਇੰਡੀਆ ਦੇ ਕੋਲ ਹੀ ਹੋਣਾ ਚਾਹੀਦਾ ਫਿਰ ਇਸ ਹਿਸਾਬ ਨਾਲ ਤਾਂ। ਸੋ ਯਾ ਠੀਕ ਆ, ਪਰ ਇਹ ਹੈ ਕਿ ਜਿਹੜੀ ਹੁਣ ਜਿਹੜੀ ਬ੍ਰੇਨ ਡਰੇਨ ਹੈ, ਜਦੋਂ ਇਹ ਵਾਪਸ ਉੱਧਰ ਨੂੰ ਹੋਣੀ ਸ਼ੁਰੂ ਹੋਈ ਆ, ਇੱਕ ਮੇਰੇ ਖਿਆਲ ਇਹ ਵੀ ਇੱਕ ਜਿਹੜੀ ਚੀਜ਼ ਰਾਸ ਨਹੀਂ ਆਉਂਦੀ। ਪਰ ਸਾਨੂੰ ਇਹ ਵੀ ਪਤਾ ਕਿ ਉੱਧਰ ਫਿਰ ਜਦੋਂ ਕੰਮ ਕਰਾਉਣ ਤੇ ਆਉਂਦੇ ਨੇ ਤਾਂ ਫਿਰ ਕਈ ਵਾਰੀ ਕਿਵੇਂ ਜਿਹੜੇ ਰੂਲਸ ਨੇ ਉਹਨਾਂ ਨੂੰ ਕਿਵੇਂ ਮੈਨੀਪੂਲੇਟ ਕਰ ਲਿਆ ਜਾਂਦਾ, ਉਹ ਵੈਸੇ ਸਾਰੇ ਪਾਸੇ ਹੁੰਦਾ। ਹੈਲੀਕਾਪਟਰ ਦਾ ਪੈਟੈਂਟ ਵੀ ਇੰਡੀਆ ਦੇ ਕੋਲ ਹੀ ਹੋਣਾ ਚਾਹੀਦਾ ਸੀ।